बड़े तिखे शब्दी वार करते हैं कि ढिल्लों साहब है जिहड़े ट्रांसपोर्ट माफिया नाल जुड़े हुए हैं या फिर अकाली दल है जिहड़ा माफिया नूं शह दिंदा है। कारण की समझते हो, कारण की है कि बादल परिवार के नाल इन्नी ज़्यादा मतलब कि खुंदक रखना है, बादल परिवार के खिलाफ इन्ना बोलना, अगर की समझते हो क्यों राजा वड़िंग की लगता उन्होंने कि कोई प्रसिद्धि हासिल करनी है या फिर किसी गल की कोई रंजिश हैगी है? रंजिश कोई नहीं जी, उन्होंने दिमाग 'च एक गलतफहमी बैठी हुई है भी मेरा कद उच्चा तां ही हो सकता सियासी जिमें बादल परिवार के अगेंस्ट उच्ची उच्ची रौला पा के बोलना। राजा वड़िंग का एक होर बयान भी आया सीगा कि जिहड़ी लाल डायरी लाई हुई है सुखबीर बादल साहब ने वो चोणों के नतीजे आने के नाल ही उन्होंने शायद हरिद्वार सुट्टनी पै जाए। माड़ा जिहा ख्याल करन जी किते आपने डिग पैन ते डायरी बाहर रह जाए। मैं यही नसीहत दूंगा वड़िंग साहब नूं कि माड़ा जिहा कोई तरन वाले बंदे लै जाओ, किते आप ही छाल मार जाओ विच। राजा वड़िंग कहते हैं कि मैं वड्डा जिहड़ा 14 तो 15 करोड़ रुपये का जुर्माना सी या टैक्स सी जिहड़ा नहीं भरिया गया सी वो भरवाया इन्हां तो वो की सीगा, कितना टैक्स सी, कितना सही सी, कितना उन्होंने वालों दस्सिया गया? मैं कह देना जी मैं 100 करोड़ टैक्स भरिया, आपे दे जाओ सवाइयां। वो तो काम ये भगाई मार के तुर जाओ, आपे अगला मगरों सवाइयां दे जाऊगा। किसी का इन्ना भी काम नहीं सवारिया इन्ना भी। और एवरी 3rd 4th पर्सन ते FIRs लॉज आ। यही तो हरेक बंदे ते परचे। चिट्टी दाड़ी वाले वाली साहब खड़े आ 18 दिन परचे दे विच ना पवा के कला बिना मतलब दा ते 18 दिन अंदर लवाए इन्हां दे। पंजाब ਦੀਆਂ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ। ਉਮੀਦਵਾਰਾਂ ਵੱਲੋਂ ਬੜੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਹਲਕਾ ਗਿੱਦੜਬਾਹਾ ਦੇ ਵਿੱਚ ਹੈਗੇ ਆ। ਗਿੱਦੜਬਾਹਾ ਦੇ ਵਿੱਚ ਵਕਾਰੀ ਸੀਟ ਬਣੀ ਹੋਈ ਆ ਕਿਉਂਕਿ ਟੱਕਰ ਹੈਗੀ ਹੈ ਜਿਹੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਦੇ ਵਿੱਚ ਟੱਕਰ ਹੈਗੀ ਆ। ਦੋਵੇਂ ਜਿਹੜੇ ਉਮੀਦਵਾਰ ਨੇ ਦੋਨਾਂ ਵੱਲੋਂ ਜਿਹੜੇ ਲੋਕ ਹੈਗੇ ਉਹਨਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ, ਪੂਰੀ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ। ਡਿੰਪੀ ਢਿੱਲੋਂ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਆ। ਸ਼ਬਦੀ ਵਾਰ ਵੀ ਬੜੇ ਕੀਤੇ ਜਾਂਦੇ ਨੇ ਇੱਕ ਦੂਜੇ ਦੇ ਉੱਤੇ, ਤਾਂ ਗੱਲ ਕਰੀਏ। ਢਿੱਲੋਂ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਗਿੱਦੜਬਾਹਾ ਵਕਾਰੀ ਸੀਟ ਬਣੀ ਹੋਈ ਆ। ਅਕਾਲੀ ਦਲ ਲਈ ਕਹਿ ਦਈਏ ਜਾਂ ਕਾਂਗਰਸ ਦੇ ਲਈ ਕਹਿ ਦਈਏ ਤਾਂ ਰਾਜਾ ਵੜਿੰਗ ਹੈਗੇ ਬੜੇ ਤਿੱਖੇ ਸ਼ਬਦੀ ਵਾਰ ਕਰਦੇ ਨੇ ਕਿ ਢਿੱਲੋਂ ਸਾਹਿਬ ਹੈਗੇ ਨੇ ਜਿਹੜੇ ਟਰਾਂਸਪੋਰਟ ਮਾਫੀਆ ਨਾਲ ਜੁੜੇ ਹੋਏ ਨੇ ਜਾਂ ਫਿਰ ਅਕਾਲੀ ਦਲ ਹੈਗਾ ਜਿਹੜਾ ਮਾਫੀਆ ਨੂੰ ਸ਼ਹਿ ਦਿੰਦਾ। ਕੀ ਕਹੋਗੇ ਸਰ? ਮਾਫੀਆ ਕਿੱਥੋਂ ਆ ਗਿਆ ਜੀ ਟਰਾਂਸਪੋਰਟ 'ਚ? ਸਰਕਾਰ ਵੱਲੋਂ ਪਰਮਿਟ ਗ੍ਰਾਂਟ ਹੋਏ ਵੇ ਆ ਤੇ ਪਰਮਿਟਾਂ ਦੇ ਅਕੋਰਡਿੰਗ ਅਸੀਂ ਗੱਡੀਆਂ ਚਲਾਉਣੇ ਆ। ਇਹਨੇ ਵੇਖ ਹੀ ਲਿਆ ਸਾਨੂੰ ਮਾਫੀਆ ਕਹਿ ਕੇ। ਸੁਪਰੀਮ ਕੋਰਟ 'ਚੋਂ ਸਾਨੂੰ ਰਿਲੀਫ ਮਿਲ ਗਈ, ਹਾਈ ਕੋਰਟ 'ਚੋਂ ਵੀ ਮਿਲ ਗਈ, ਤੇ ਮਾਫੀਆ ਕਿੱਥੇ ਰਹਿ ਗਿਆ ਜੀ? ਸਾਰੀਆਂ ਗੱਡੀਆਂ ਹਾਈ ਕੋਰਟ ਦੇ ਆਰਡਰ ਨਾਲ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨਾਲ ਹੀ ਚੱਲੀਆਂ। ਫਿਰ ਜੇ ਮਾਫੀਆ ਹੁੰਦਾ ਤਾਂ ਕਿਵੇਂ ਚੱਲ ਪੈਂਦੀਆਂ ਜੀ? ਇਹ ਸਿਰਫ ਇੱਕ ਇਹਨਾਂ ਨੇ ਇੱਕ ਡਰਾਮਾ ਬਣਾਇਆ ਸੀ, ਆਪਦੀ ਵਾਹ ਇਹਨਾਂ ਨੇ ਖੱਟਣੀ ਸੀ, ਸਿਰਫ ਸਾਡੀਆਂ ਬੱਸਾਂ ਬੰਦ ਕਰਕੇ, ਸਾਡੇ ਪਰਮਿਟ ਰੱਦ ਕਰਕੇ। ਬੱਲੇ ਬੱਲੇ ਵੀ ਮੈਂ ਜੀ ਆਹ देखो जी माफिया बंद करता, आ करता, आओ करता, की होया जी? सारियां बसां भी मेरियां उवें चल रही, सब कुछ उवें जिवें चल रहा। ਕਾਰਨ ਕੀ ਸਮਝਦੇ ਹੋ? ਕਾਰਨ ਕੀ ਹੈਗਾ ਕਿ ਬਾਦਲ ਪਰਿਵਾਰ ਦੇ ਨਾਲ ਇੰਨੀ ਜ਼ਿਆਦਾ मतलब ਕਿ ਖੁੰਦਕ ਰੱਖਣਾ ਹੈ, ਬਾਦਲ ਪਰਿਵਾਰ ਦੇ ਖਿਲਾਫ ਇੰਨਾ ਬੋਲਣਾ, ਆਖਰ ਕੀ ਸਮਝਦੇ ਹੋ ਕਿਉਂ ਰਾਜਾ ਵੜਿੰਗ ਕੀ ਲੱਗਦਾ ਉਹਨਾਂ ਨੂੰ ਕਿ ਕੋਈ ਪ੍ਰਸਿੱਧੀ ਹਾਸਿਲ ਕਰਨੀ ਹੈ ਜਾਂ ਫਿਰ ਕਿਸੇ ਗੱਲ ਦੀ ਕੋਈ ਰੰਜਿਸ਼ ਹੈਗੀ ਆ? रंजिश कोई नहीं जी, उन्होंने दिमाग 'ਚ एक गलतफहमी बैठी हुई है भी मेरा कद उच्चा तां ही हो सकता सियासी जिमें बादल परिवार के अगेंस्ट उच्ची उच्ची रौला पा के बोलना, उन्होंने बिना गल तो बदनाम करा। सिर्फ वो दिमाग की एक प्रिसैप्शन जची भी आ उन्होंने भी आ रौला पाने नाल मैं फेमस हो जाऊँ कांग्रेस तो मैनू उच्चे अहुदे मिलणगे, इसे करके रौला पाउंदा। पर ਢਿੱਲੋਂ ਸਾਹਿਬ ਇਲਜ਼ਾਮ ਇਹ ਵੀ ਲੱਗਦੇ ਨੇ, ਕਹਿੰਦੇ ਜੀ ਡਿੰਪੀ ਢਿੱਲੋਂ ਹੋਰਾਂ ਨੇ 35 ਤੋਂ 40 ਬੱਸਾਂ ਜਿਹੜੀਆਂ ਜ਼ਿਆਦਾ ਰੱਖੀਆਂ ਹੋਈਆਂ, ਅਸੀਂ ਉਹਨਾਂ ਦੀ ਇਨਕੁਆਇਰੀ ਕਰਾਂਗੇ, ਇੱਦਾਂ ਦਾ ਕੁਝ ਹੈ? 40 ਵਾਰੀ ਕਰ ਲੈਣ ਜੀ, ਕਰ ਹੀ ਲਈ ਇਹਨਾਂ ਨੇ ਇਨਕੁਆਇਰੀ, ਕਰ ਲਈ ਇਹਨਾਂ ਨੇ ਸਰ। ਸਾਰੀ ਇਨਕੁਆਇਰੀ ਕਰਕੇ ਬੱਸਾਂ ਮੇਰੀਆਂ ਅੰਦਰ ਦਿੱਤੀਆਂ ਸੀ।
ਸਾਰੇ ਮੇਰੇ ਰੂਟ ਪਰਮਿਟ ਕੈਂਸਲ ਕਰਤੇ ਸੀ। ਇਦੋਂ ਉੱਤੇ ਹੁਣ ਕੀ ਹੋਊਗੀ ਇਨਕੁਆਇਰੀ? ਸਾਰੇ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਬਹਾਲ ਕਰਤੇ, ਫਿਰ ਇਨਕੁਆਇਰੀ ਕਾਹਦੀ ਰਹਿ ਗਈ ਜੀ? ਜਿਸ ਤਰ੍ਹਾਂ ਅਗਰ ਗੱਲ ਕਰੀਏ ਇਸ ਵਾਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਵਜੋਂ ਉਤਾਰਿਆ ਇੱਥੇ, ਤਾਂ ਕੀ ਇਹ ਉਸੇ ਕੰਟਰੋਵਰਸੀ ਦਾ ਨਤੀਜਾ ਹੈਗਾ ਕਿ ਇਸ ਵਾਰ ਡਿੰਪੀ ਢਿੱਲੋਂ ਸਾਹਮਣੇ ਖੜੇ ਨੇ? ਕਿਉਂਕਿ ਸੁਖਬੀਰ ਬਾਦਲ ਜੀ ਨੇ ਕਿਹਾ ਸੀਗਾ ਕਿ ਮੰਤਰੀ ਤੋਂ ਸੰਤਰੀ ਬਣਾ ਦੇਾਂਗੇ, ਬੜੀ ਜਲਦੀ ਦਿਖਾ ਦੇਾਂਗੇ। ਇਹ ਉਹੀ ਕੰਟਰੋਵਰਸੀ ਕਰਕੇ ਆ ਜਾਂ ਫਿਰ ਪਹਿਲਾਂ ਤੋਂ ਹੀ ਤਿਆਰੀ ਚੱਲ ਰਹੀ ਸੀ? ਨਹੀਂ, ਮੈਂ ਤਾਂ 2013 ਤੋਂ ਹਾਂ ਮੈਂ ਜੀ ਇਸ ਹਲਕੇ ਦਾ ਆਪਣਾ ਮੁੱਖ ਸੇਵਾਦਾਰ। 17 'ਚ ਵੀ ਮੈਂ ਹੀ ਕੰਟੈਸਟ ਕੀਤਾ ਸੀ, 17 ਤੋਂ ਲੈ ਕੇ ਹੁਣ ਤੱਕ ਵੀ ਮੈਂ ਹੀ ਇਹਦੀ ਇਸ ਹਲਕੇ ਦੀ ਸੇਵਾ ਕਰ ਰਿਹਾ। ਤੇ ਉਹਦੇ ਅਕਾਲੀ ਦਲ ਦਾ ਬੜਾ ਸਾਡਾ ਸਾਫ ਸੁਥਰਾ ਇੱਕ ਸਿਸਟਮ ਆ ਜੀ, ਜਿਹਨੂੰ ਟਿਕਟ ਦੇਣੀ ਆ ਉਹਨੂੰ ਪਹਿਲਾਂ ਹੀ ਸੇਵਾਦਾਰ ਲਾ ਦਿੰਦੇ ਆ ਉਸ ਹਲਕੇ ਦਾ। ਮੈਂ ਆਲਰੇਡੀ ਇੱਥੋਂ ਦੀ ਸੇਵਾ ਕਰ ਰਿਹਾ, ਮੈਨੂੰ ਤਾਂ 5 ਸਾਲ ਪਹਿਲਾਂ ਨਹੀਂ ਪਤਾ ਸੀ ਮੈਨੂੰ ਟਿਕਟ ਮਿਲਣੀ ਆ। ਇਹਨਾਂ ਨੂੰ ਥੋੜ੍ਹੀ ਆ ਵੀ ਜਦੋਂ ਇਲੈਕਸ਼ਨ ਅਨਾਊਂਸ ਹੋ ਜਾਂਦੇ ਇਹ ਸਾਰੇ ਦਿੱਲੀ ਨੂੰ ਭੱਜ ਲੈਂਦੇ ਆ ਵੀ ਮੈਨੂੰ ਮਿਲ ਜੇ, ਥਾਂ ਥਾਂ 'ਤੇ ਕੱਟਾ ਵੱਟੀਆਂ ਹੁੰਦੀਆਂ। ਅਕਾਲੀ ਦਲ 'ਚ ਇਹ ਨਹੀਂ ਗਾ ਜੀ। ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੈਗਾ ਕਿ ਰਾਜਾ ਵੜਿੰਗ ਦਾ ਇੱਕ ਹੋਰ ਬਿਆਨ ਵੀ ਆਇਆ ਸੀਗਾ ਕਿ ਜਿਹੜੀ ਲਾਲ ਡਾਇਰੀ ਲਾਈ ਹੋਈ ਹੈ ਸੁਖਬੀਰ ਬਾਦਲ ਸਾਹਿਬ ਨੇ, ਉਹ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਉਹਨਾਂ ਨੂੰ ਸ਼ਾਇਦ ਹਰਿਦੁਆਰ ਸੁੱਟਣੀ ਪੈ ਜੇ। ਕੀ ਕਹੋਗੇ ਇਸ ਨੂੰ ਲੈ ਕੇ? ਮਾੜਾ ਜਿਹਾ ਖਿਆਲ ਕਰਨ ਜੀ, ਕਿਤੇ ਆਪ ਨੇ ਡਿੱਗ ਪੈਣ ਤੇ ਡੈਰੀ ਬਾਹਰ ਰਹਿ ਜੇ। ਮੈਂ ਇਹੀ ਨਸੀਹਤ ਦੇਵਾਂਗਾ ਵੜਿੰਗ ਸਾਹਿਬ ਨੂੰ ਵੀ ਮਾੜਾ ਜਿਹਾ ਕੋਈ ਤਰਨ ਵਾਲੇ ਬੰਦੇ ਲੈ ਜਾਓ, ਕਿਤੇ ਆਪ ਹੀ ਛਾਲ ਮਾਰ ਜਾਓ ਵਿੱਚ। ਅਗਰ ਗੱਲ ਕਰੀਏ ਢਿੱਲੋਂ ਪਰਿਵਾਰ ਨਾਲ ਇੰਨੀ ਰੰਜਿਸ਼ ਕਿਉਂ ਕੱਢੀ ਗਈ ਹੈ ਇਸ ਵਾਰ, ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ? ਕਿਹਨੇ ਜੀ? ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ ਕਰ ਲਈਏ ਜਾਂ ਫਿਰ ਪਰਸਨਲੀ ਰਾਜਾ ਵੜਿੰਗ ਜੀ ਨੇ ਖਾਸ ਤੌਰ ਤੇ, ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਉਹਦੇ 'ਚ ਵੀ ਤੁਸੀਂ ਕਿਹਾ ਸੀਗਾ ਕਿ ਖਾਸ ਕਰਕੇ ਹੋਰ ਵੀ ਬੱਸਾਂ ਚੱਲ ਰਹੀਆਂ ਨੇ ਲੇਕਿਨ ਸਾਨੂੰ ਨਿਸ਼ਾਨਾ ਬਣਾਇਆ ਗਿਆ। ਮੈਂ ਹੀ ਉਹਦਾ ਮੇਨ ਓਪੋਨੈਂਟ ਹਾਂ ਜੀ। ਮੇਰਾ ਨੁਕਸਾਨ ਹੋਊਗਾ, ਡੈਫੀਨੇਟਲੀ ਉਹਦਾ ਫਾਇਦਾ ਹੋਊਗਾ। ਅਗਰ ਮੈਨੂੰ ਫਾਈਨੈਂਸ਼ੀਅਲੀ, ਮੈਨੂੰ ਮੈਂਟਲੀ ਟੌਰਚਰ ਕਰਦਾ ਉਹ, ਤੇ ਮੈਂ ਵੀਕ ਤਾਂ ਹੋਊਗਾ ਹੀ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਵੀਕ ਹੋਊਗਾ ਤਾਂ ਉਹਨੂੰ ਇਸ ਚੀਜ਼ ਦੀ ਚੜ੍ਹਤ ਮਿਲਣੀ ਹੈ। ਮੈਂ ਤਾਂ ਇਹੀ ਆਖੂੰ ਵੀ ਡਰਦਾ, ਇਸੇ ਕਰਕੇ ਆਪਾਂ ਆਪਦੇ ਓਪੋਨੈਂਟ 'ਤੇ ਵਾਰ ਕਰਦੇ ਆ ਨਾ। ਜੇ ਬੰਦਾ ਡਰਦਾ ਹੋਵੇ, ਹੋ ਗਿਆ ਉਹਦਾ ਉਲਟ ਸਾਰਾ। ਜਿੰਨਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਸੀ, ਇਹ ਮੇਰੇ ਲੋਕ ਮੇਰੇ ਨਾਲ ਲੱਗ ਕੇ ਖੜ ਗਏ ਪੂਰੇ। ਹੁਣ ਉਹਦੇ ਭਾਦੀ ਬਣੀ ਪਈ ਹੈ ਵੀ ਹੁਣ ਮੇਰਾ ਬਣੂ ਕੀ। ਉਲਟ ਹੋ ਗਿਆ ਕੰਮ, ਮੈਨੂੰ ਡਾਊਨ ਕਰਦਾ ਆਪ ਡਿੱਗ ਪਿਆ। ਅਗਰ ਗੱਲ ਕਰੀਏ ਇਸ ਵਾਰ ਸੰਯੁਕਤ ਸਮਾਜ ਮੋਰਚਾ ਉਹ ਵੀ ਮੈਦਾਨ ਦੇ ਵਿੱਚ ਆ, ਉਹਨਾਂ ਵੱਲੋਂ ਵੀ ਇੱਕ ਬਾਹਰੀ ਉਮੀਦਵਾਰ ਭੇਜਿਆ ਗਿਆ। ਕੀ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਕਿੰਨਾ ਕੁ ਹੈਗਾ ਇੱਥੇ, ਕਿੰਨੀ ਕੁ ਹਵਾ, ਜਾਂ ਫਿਰ ਕਹਿ ਰਹੀਏ ਕਈ ਪਾਰਟੀਆਂ ਤਾਂ ਇਹੀ ਕਹਿ ਰਹੀਆਂ ਕਿ ਆਮ ਆਦਮੀ ਦੀ ਹਵਾ ਇਕੱਲੀ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਨਾਲ ਹੈਗੇ ਨੇ ਜਾਂ ਫਿਰ ਜਿਹੜੀ ਜਿਸ ਤਰ੍ਹਾਂ ਗੱਲ ਕਹੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਹਵਾ ਬਣੀ ਹੋਈ ਹੈ? ਨਹੀਂ, ਇਹ ਬਿਲਕੁਲ ਹਵਾ ਜੀ, ਕਿਉਂਕਿ ਆਮ ਆਦਮੀ ਦਾ ਆਪਦਾ ਤਾਂ ਕੋਈ ਹੈ ਹੀ ਨਹੀਂ ਕੈਡਰ ਜੀ। ਆਮ ਆਦਮੀ ਕੋਲੇ ਉਹ ਵੋਟ ਆ ਜੀ ਰੁੱਸੀ ਵੀ, ਜਾਂ ਕਾਂਗਰਸ ਦੀ ਜਾਂ ਅਕਾਲੀ ਦਲ ਦੀ। ਬੜੀ ਕਲੀਅਰ ਕੱਟ ਗੱਲ ਆ ਜੀ ਇਹ। ਜਿਹਦਾ ਰਾਜ ਹੋਵੇ ਉਹਦੀ ਵੋਟ ਜ਼ਿਆਦਾ ਟੁੱਟਦੀ ਆ। ਉਹ ਸਾਰੀ ਇੱਕ ਥਰਡ ਬਦਲ ਬਣ ਗਿਆ, ਉਹ ਵੋਟ ਉਧਰ ਹੋ ਜਾਂਦੀ ਆ। ਅਕਾਲੀ ਦਲ ਦਾ ਤਾਂ ਹੁਣ ਰਾਜ ਹੈ ਨਹੀਂ ਸੀ, ਤੇ ਸਾਡੇ ਨਾਲ ਤਾਂ ਰੁੱਸਣਾ ਹੀ ਕੀ ਸੀ ਕਿਸੇ ਨੇ? ਸਾਡੇ ਨਾਲ ਤਾਂ ਰੁੱਸਿਆ ਨਹੀਂ ਕੋਈ, ਸਾਡੇ ਨਾਲ ਤਾਂ ਵੋਟ ਟੁੱਟਾ ਜੁੜੀ ਆ। ਕਾਂਗਰਸ ਦੀ ਵੋਟ ਟੁੱਟ ਕੇ ਆਮ ਆਦਮੀ 'ਚ ਗਈ, ਉਹਦੇ ਆਪ ਦਾ ਤਾਂ ਕੁਛ ਹੈ ਨਹੀਂਗਾ, ਤੇ ਉਹੀ ਵੋਟ ਘੁੰਮ ਫਿਰ ਕੇ ਉਸ ਪਾਸੇ ਇਕੱਠੀ ਹੋ ਗਈ। 20-25 ਹਜ਼ਾਰ ਤੇ ਸਿਮਟ ਜਾਣਾ ਇਹਨਾਂ ਨੇ, ਬਸ ਦੈਟਸ ਇਟ। ਢਿੱਲੋਂ ਸਾਹਿਬ ਪਹਿਲਾਂ ਬੀਜੇਪੀ ਦੇ ਨਾਲ ਅਲਾਈਅੰਸ ਕਰਕੇ ਚੋਣਾਂ ਲੜਦਾ ਸੀ ਅਕਾਲੀ ਦਲ, ਹੁਣ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੀ ਗਈ ਹੈ। 4.5 ਸਾਲ ਉਹਨਾਂ ਦੇ ਰਾਜ ਤੇ ਵੀ ਬੜੇ ਸਵਾਲ ਉੱਠੇ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਕਿ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਤੇ ਬੀਜੇਪੀ ਕੁਝ ਕਰ ਪਾਊਗੀ, ਕਿਉਂਕਿ ਉਹ ਕਹਿ ਰਹੇ ਨੇ ਕਿ ਡਬਲ ਇੰਜਨ ਸਰਕਾਰ ਬਣਾਵਾਂਗੇ ਪੰਜਾਬ 'ਚ? ਮੈਨੂੰ ਇਹ ਲੱਗਦਾ ਜੀ, ਦੇਖੋ ਹਰ ਬੰਦੇ ਦੇ ਆਪਦੇ ਐਨਾਲਿਸਿਸ ਹੁੰਦੇ ਆ ਕਿ 101% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ। ਤੁਸੀਂ ਪੁੱਛਦੇ ਹੋ ਉਹ ਕਿਵੇਂ? ਉਹ ਇਸ ਕਰਕੇ ਆ ਜੀ ਕਿਉਂਕਿ ਜਿਹੜਾ ਸਾਡਾ ਕੈਡਰ ਵੋਟ ਆ ਨਾ ਜੀ, ਉਹ ਸਾਡੇ ਨਾਲ ਖੜਾ ਠੋਕ ਕੇ ਉਵੇਂ ਹੀ ਖੜਾ, ਉਹ ਨਹੀਂ ਹਿੱਲਿਆ। ਜਿਹੜੀ ਵੋਟ ਟੁੱਟੀ ਆ ਕਾਂਗਰਸ ਦੀ ਟੁੱਟ ਕੇ ਗਈ ਆ। ਕਾਂਗਰਸ ਦੀ ਤੇ ਆਮ ਆਦਮੀ ਦੀ ਡਿਵਾਈਡ ਹੋ ਗਈ ਆਪਸ ਵਿੱਚ 50-50 ਨਾਲ, ਚਲੋ 30-40 ਜਾਂ 30-70। ਕਾਂਗਰਸ ਡਾਊਨ ਆ ਗਈ, ਦੂਜੇ ਨੰਬਰ 'ਤੇ ਅਸੀਂ ਖੜੇ ਹਾਂ। ਅਸੀਂ ਉਨੀ ਵੋਟ ਨਹੀਂ ਜਿੱਤ ਜਾਗੇ। ਸਾਡੇ ਕੈਂਡੀਡੇਟ ਮੇਨ ਮੁਕਾਬਲਾ ਤਿੰਨਾਂ ਪਾਰਟੀਆਂ ਦਾ। ਤਿੰਨਾਂ ਪਾਰਟੀਆਂ 'ਚੋਂ ਜਿੱਥੇ ਕਾਂਗਰਸ ਦਾ ਕੈਂਡੀਡੇਟ ਵੀਕ ਹੋਇਆ ਜ਼ਿਆਦਾ, ਉੱਥੇ ਸਾਡਾ ਆਮਨਾ ਮੁਕਾਬਲਾ ਹੋ ਜਾਊਗਾ। ਜਿੱਥੇ ਸਟਰੋਂਗ ਹੋਇਆ ਉੱਥੇ ਸਾਡਾ ਕਾਂਗਰਸ ਨਾਲ ਮੁਕਾਬਲਾ ਹੋ ਜਾਊਗਾ। ਬਟ ਵੋਟ ਟੁੱਟ ਕੇ ਕਾਂਗਰਸ ਦੀ ਜਾਣੀ ਹੈ ਉਸ ਪਾਸੇ। ਅਸੀਂ ਤਾਂ ਉਵੇਂ ਜਿਵੇਂ ਖੜੇ ਹਾਂ ਜੀ। ਤੁਸੀਂ ਮੇਰੀ ਅੱਜ ਦੀ ਗੱਲ ਯਾਦ ਰੱਖਿਓ, 70-80 ਸੀਟਾਂ ਆਰਾਮ ਨਾਲ ਅਕਾਲੀ ਦਲ ਜਿੱਤ ਕੇ ਸਰਕਾਰ ਬਣਾਊਗਾ ਜੀ।
ਹਾਂਜੀ। ਢਿੱਲੋਂ ਸਾਹਿਬ, ਇੱਕ ਕੇਜਰੀਵਾਲ ਕਹਿੰਦੇ ਅਸੀਂ 1000 ਰੁਪਈਆ ਦੇਵਾਂਗੇ, ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਦਾ ਬਿਆਨ ਆਉਂਦਾ ਹੈ ਕਿ ਅਸੀਂ 2000 ਰੁਪਈਆ ਦੇਵਾਂਗੇ, ਤਾਂ ਮਨਪ੍ਰੀਤ ਬਾਦਲ ਨੇ ਉਹ ਕਹਿੰਦੇ ਪੰਜਾਬ ਦਾ ਖਜ਼ਾਨਾ ਖਾਲੀ, ਸਾਡੇ ਕੋਲ ਪੈਸੇ ਹੀ ਹੈ ਨਹੀਂ। ਫਿਰ ਇਹ ਕਿਸ ਤਰ੍ਹਾਂ ਦੇ ਨਾਲ ਮੈਨੇਜ ਕੀਤਾ ਜਾਊਗਾ, ਕਿਸ ਤਰ੍ਹਾਂ ਦੇ ਨਾਲ ਇਹ ਪੈਸਾ ਜਿਹੜਾ ਲੋਕਾਂ ਨੂੰ ਦਿੱਤਾ ਜਾਊਗਾ? ਪਹਿਲਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਜੀ, ਮਾਫ ਕਰਨਾ ਤੁਸੀਂ ਉਲਟ ਕਹਿ ਗਏ ਵੀ ਅਸੀਂ 2000 ਰੁਪਈਆ ਜਿਹੜੀਆਂ ਲੇਡੀਜ਼ ਰਾਸ਼ਨ ਕਾਰਡ ਆ ਜਿਨ੍ਹਾਂ ਕੋਲੇ, ਜਿਨ੍ਹਾਂ ਨੂੰ ਆਪਾਂ ਨੀਲੇ ਕਾਰਡ ਕਹਿ ਦਿੰਦੇ ਆ, ਕਣਕ ਤੇ ਉਹਦੇ ਦਾਲ ਦੇ, ਉਹਨਾਂ ਲੇਡੀਜ਼ ਨੂੰ ਅਸੀਂ 2000 ਰੁਪਈਆ ਹਰ ਮਹੀਨੇ ਰਾਸ਼ਨ ਦੇ ਨਾਲ ਭੇਜਿਆ ਕਰਨਾ। ਹੈੱਡ ਆਫ ਦਾ ਡਿਪਾਰਟਮੈਂਟ, ਹੈੱਡ ਆਫ ਦਾ ਫੈਮਿਲੀ ਨੂੰ। ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਹਰੇਕ ਨੂੰ 1000 ਰੁਪਈਆ ਦੇਵਾਂਗਾ। ਇਸ ਕਰਕੇ ਜਿੱਥੇ ਅਸੀਂ ਰਾਸ਼ਨ ਇੰਨਾ ਭੇਜਦੇ ਹਾਂ ਉੱਥੇ ਸਾਨੂੰ 2000 ਰੁਪਈਆ ਨਾਲ ਹੋਰ ਦੇਣਾ ਕੋਈ ਮੁਸ਼ਕਿਲ ਗੱਲ ਨਹੀਂ, ਅਸੀਂ ਮੈਨੇਜ ਕਰ ਸਕਾਂਗੇ। ਬੜੇ ਤਰੀਕੇ ਆ ਉਹਨਾਂ ਪੈਸਾ ਇਕੱਠਾ ਕਰਨ ਦੇ। ਇਹ ਸਵਾਲ ਤੁਸੀਂ ਹੁਣ ਕੇਜਰੀਵਾਲ ਸਾਹਿਬ ਨੂੰ ਪੁੱਛੋ ਵੀ ਤੁਸੀਂ ਕਿੱਥੋਂ ਲਿਆਓਗੇ ਜੀ? ਅਸੀਂ ਤਾਂ ਮੈਨੇਜ ਕਰ ਲਾਂਗੇ, ਅਸੀਂ ਤਾਂ ਪਹਿਲਾਂ ਕੀਤੇ ਆ, ਦਿੱਤੇ ਵੀ, ਰਾਸ਼ਨ ਵੀ ਦਿੱਤਾ, ਸਭ ਕੁਝ ਦਿੱਤਾ। ਢਿੱਲੋਂ ਸਾਹਿਬ, ਇੱਕ ਸਵਾਲ ਹੋਰ ਵੀ ਹੈਗਾ ਕਿ ਪਹਿਲਾਂ ਜਦੋਂ ਬੀਜੇਪੀ ਅਕਾਲੀ ਦਲ ਨਾਲ ਅਲਾਈਅੰਸ ਕਰਕੇ ਲੜਦੀ ਸੀ ਤਾਂ ਉਦੋਂ ਕਦੇ ਵੀ ਇਦਾਂ ਨਹੀਂ ਸੀ ਹੋਇਆ ਕਿ ਪ੍ਰਧਾਨ ਮੰਤਰੀ ਜਾਂ ਵੱਡੇ ਵੱਡੇ ਮੰਤਰੀ ਹੈਗੇ ਜਿਹੜੇ ਕੇਂਦਰ ਦੇ, ਉਹਨਾਂ ਨੂੰ ਮੈਦਾਨ ਦੇ ਵਿੱਚ ਕੁੱਦਣਾ ਪਵੇ। 2022 ਦੀਆਂ ਚੋਣਾਂ ਦੇ ਵਿੱਚ ਹੁਣ ਇੱਕ ਪਾਸੇ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਕੱਦਵਾਰ ਲੀਡਰ ਨੇ, ਤਾਂ ਹੁਣ ਅਮਿਤ ਸ਼ਾਹ, ਨਰਿੰਦਰ ਮੋਦੀ, ਪਿਊਸ਼ ਗੋਇਲ ਜਾਂ ਫਿਰ ਹੋਰ ਵੱਡੇ ਜਿਹੜੇ ਇਹਨਾਂ ਦੇ ਮੰਤਰੀ ਨੇ, ਰਾਜਨਾਥ ਸਿੰਘ ਗ੍ਰਹਿ ਮੰਤਰੀ ਨੇ, ਤਾਂ ਉਹ ਸਾਰੇ ਹੁਣ ਪੰਜਾਬ ਦੀ ਚੋਣ ਦੇ ਵਿੱਚ ਕੁੱਦ ਗਏ ਨੇ। ਕੀ ਦੇਖਦੇ ਹੋ ਕਿ ਬੀਜੇਪੀ ਅਕਾਲੀ ਦਲ ਨਾਲ ਅਲਾਈਅੰਸ ਤੋੜ ਕੇ ਘਾਟੇ 'ਚ ਜਾ ਰਹੀ ਹੈ? ਕੀ ਕਾਰਨ ਹੈ ਵੱਡੇ ਨੇਤਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਪਹੁੰਚ ਰਹੇ? ਨਹੀਂ ਦੇਖੋ ਜੀ, ਵੱਡੇ ਨੇਤਾ ਤਾਂ ਪਹਿਲਾਂ ਵੀ ਆਉਂਦੇ ਹੁੰਦੇ ਸੀ। ਜਦੋਂ ਅਕਾਲੀ ਦਲ ਨਾਲ ਅਲਾਇੰਸ ਸੀ ਉਦੋਂ ਵੀ ਮੋਦੀ ਸਾਹਿਬ ਆਉਂਦੇ ਰਹੇ ਆ, ਰਾਜਨਾਥ ਸਿੰਘ ਵੀ ਆਉਂਦੇ ਰਹੇ ਆ, ਹੋਰ ਵੀ ਬੜੇ ਵੱਡੇ ਲੀਡਰ ਸੀ, ਸਾਰੇ ਆਉਂਦੇ ਰਹੇ ਆ। ਬਟ ਜੋ ਇਹਨਾਂ ਨੂੰ ਹੁੰਗਾਰਾ ਮਿਲਦਾ ਹੁੰਦਾ ਸੀ ਪੰਜਾਬ ਦੇ ਲੋਕਾਂ ਦਾ, ਉਹ ਨਹੀਂ ਮਿਲਣਾ। ਮਤਲਬ ਕਿ ਜਿਸ ਤਰ੍ਹਾਂ ਪਹਿਲਾਂ ਵਿਰੋਧ ਨਹੀਂ ਸੀ ਹੁੰਦਾ, ਹੁਣ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਕਿਉਂਕਿ ਕਿਸਾਨੀ ਸੰਘਰਸ਼ ਤੋਂ ਬਾਅਦ ਤਾਂ ਇਹੀ ਮੈਂ ਕਹਿ ਰਿਹਾ ਨਾ ਜੀ, ਹੁਣ ਉਹ ਪਿਆਰ ਨਹੀਂ ਮਿਲਣਾ ਜਿਹੜਾ ਪਹਿਲਾਂ ਮਿਲਦਾ ਸੀ। ਜਦੋਂ ਇਹਨਾਂ ਨੇ ਵਾਪਸੀ ਲੈਣੀ ਸੀ, ਕਿਉਂ ਆਪਦੀ ਬਦਨਾਮੀ ਕਰਾਈ ਬਿਨਾਂ ਮਤਲਬ ਦੀ? ਇਹੀ ਜੇ ਗੱਲ ਕਰਨੀ ਸੀ, ਕੁਛ ਇਹਨਾਂ ਨੇ ਕਾਨੂੰਨ ਬਣਾਉਣੇ ਸੀ, ਕਿਸਾਨਾਂ ਦੀ ਇੱਕ ਕਮੇਟੀ ਬਣਾਉਂਦੇ, ਉਹਨਾਂ ਨਾਲ ਰਾਇ ਕਰਦੇ, ਮੈਂ ਤੁਹਾਨੂੰ ਕੋਈ ਚੀਜ਼ ਦੇ ਰਿਹਾ ਜੀ ਵੀ ਆਹ ਬਹੁਤ ਅੱਛੀ ਚੀਜ਼ ਹੈ, ਤੁਸੀਂ ਲੈ ਲਓ। ਤੁਸੀਂ ਕਹੀ ਜਾਂਦੇ ਜੀ ਮੈਨੂੰ ਨਹੀਂ ਚਾਹੀਦੀ ਜੀ, ਮੈਂ ਠੀਕ ਆ ਜਿਵੇਂ ਹੈਗਾ, ਮੈਂ ਨਹੀਂ ਤੁਸੀਂ ਲਓ ਜੀ। ਕੀ ਫਾਇਦਾ ਉਹ ਚੀਜ਼ ਦੇਣ ਦਾ ਜਦੋਂ ਸਾਡੇ ਕਿਸਾਨ ਹੀ ਨਹੀਂ ਖੁਸ਼? ਤੁਸੀਂ ਚੀਜ਼ ਦੇ ਰਹੇ ਹੋ ਵੀ ਆਹ ਤੁਹਾਡਾ ਫਾਇਦਾ, ਕੀ ਫਾਇਦਾ ਉਹਦਾ? ਫਿਰ ਉਹੀ 1 ਸਾਲ ਬਾਅਦ ਧੱਕੇ ਖਾ ਕੇ ਨਾਲੇ ਗੰਢੇ ਖਾਦੇ, ਨਾਲੇ ਜੁਰਮਾਨਾ ਭਰਿਆ ਹੈ ਜੀ, ਤੇ ਨਾਲੇ ਛਿੱਤਰ ਖਾਦੇ ਤੇ ਫਿਰ ਵਾਪਸ ਲਿਆ। ਉਹਦਾ ਫਾਇਦਾ ਕੀ ਹੋਇਆ? ਉਹ ਤਾਂ ਹੁਣ ਅਗਰ ਗੱਲ ਕਰ ਲਈਏ, ਤੁਹਾਡੀ ਗੱਲ ਤੋਂ ਮੈਨੂੰ ਯਾਦ ਹੈਗਾ, ਜੁਰਮਾਨੇ ਦੀ ਗੱਲ ਕਰ ਲਈਏ ਤਾਂ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਂ ਵੱਡਾ ਜਿਹੜਾ 14 ਤੋਂ 15 ਕਰੋੜ ਰੁਪਏ ਦਾ ਜੁਰਮਾਨਾ ਸੀ ਜਾਂ ਟੈਕਸ ਸੀ ਜਿਹੜਾ ਨਹੀਂ ਭਰਿਆ ਗਿਆ ਸੀ, ਉਹ ਭਰਵਾਇਆ ਇਹਨਾਂ ਤੋਂ। ਉਹ ਕੀ ਸੀਗਾ, ਕਿੰਨਾ ਟੈਕਸ ਸੀ, ਕਿੰਨਾ ਸਹੀ ਸੀ, ਕਿੰਨਾ ਉਹਨਾਂ ਵੱਲੋਂ ਦੱਸਿਆ ਗਿਆ? ਮੈਂ ਕਹਿ ਦੇਣਾ ਜੀ ਮੈਂ 100 ਕਰੋੜ ਟੈਕਸ ਭਰਿਆ, ਆਪੇ ਦੇਈ ਜਾਊ ਸਵਾਈਆਂ। ਉਹਦਾ ਤਾਂ ਕੰਮ ਇਹ ਹੈ ਭਕਾਈ ਮਾਰ ਕੇ ਤੁਰ ਜਾਓ, ਆਪੇ ਅਗਲਾ ਮਗਰੋਂ ਸਵਾਈਆਂ ਦੇਈ ਜਾਊਗਾ। ਉਹਦਾ ਤਾਂ ਕੰਮ ਇਹ ਆ। ਟੈਕਸ ਕੋਈ ਸਾਡਾ ਟੈਕਸ ਕੋਈ ਡਿਊ ਹੈ ਹੀ ਨਹੀਂ ਸੀ ਜੀ, ਟੈਕਸ ਸਾਡਾ ਕੋਈ ਡਿਊ ਨਹੀਂ ਸੀ। ਔਰ ਮਤਲਬ ਕਿ ਤੁਸੀਂ 11ਵੇਂ ਕੇ 12ਵੇਂ ਪੱਤਰਕਾਰ ਹੋ ਜਿਨ੍ਹਾਂ ਨੂੰ ਮੈਂ ਸਵਾਲ ਦਾ ਜਵਾਬ ਦੇ ਰਿਹਾ। ਗੌਰਮੈਂਟ ਨੇ ਸਾਨੂੰ ਰੋਕਿਆ ਹੋਇਆ ਸੀ ਵੀ ਤੁਸੀਂ ਟੈਕਸ ਨਹੀਂ ਭਰਨਾ, ਅਸੀਂ ਮਾਫ ਕਰਾਂਗੇ। ਸਾਡੀ ਫਾਈਲ ਅੱਜ ਵੀ ਸੈਕਟਰੀ ਸਾਹਿਬ ਦੇ ਟੇਬਲ ਤੇ ਪਈ ਹੋਣੀ ਹੈ, ਟਰਾਂਸਪੋਰਟ ਸੈਕਟਰੀ ਸਾਹਿਬ ਦੇ, ਉਹਨਾਂ ਦਾ ਨਾਂ ਹੈਗਾ ਆਪਣਾ ਸ਼ਿਵਾ ਪ੍ਰਸ਼ਾਦ, ਵੀ ਅਸੀਂ ਥੋੜਾ ਮਾਫ ਕਰਾਂਗੇ, ਤੁਹਾਨੂੰ ਟੈਕਸ ਭਰਨ ਦੀ ਲੋੜ ਨਹੀਂ, 1 ਜਨਵਰੀ ਤੋਂ ਸਟਾਰਟ ਕਰ ਲਿਓ। ਫਿਰ ਅਸੀਂ ਟੈਕਸ ਸਾਡਾ ਡਿਊ ਕਿੱਥੋਂ ਹੋ ਗਿਆ ਜੀ? ਇਹਨੇ ਆ ਕੇ ਵਿੱਚ ਲੱਤ ਫਸਾਤੀ ਵੀ ਮੈਂ ਮਾਫ ਨਹੀਂ ਕਰਦਾ, ਵੀ ਮੈਂ ਟੈਕਸ ਤੁਹਾਨੂੰ ਮਾਫ ਨਹੀਂ ਕਰਦਾ, ਮੈਂ ਕੋਈ ਰਿਲੀਫ ਨਹੀਂ ਦੇਣੀ। ਜਦੋਂ ਇਹਨੇ ਇਹ ਕਹਿਦਾ ਸੀ ਕਿ ਅਸੀਂ ਭਰ ਦਿੰਦੇ, ਗੱਲ ਤਾਂ ਸਾਰੀ ਆਹ ਹੋਈ ਹੈ। ਜਦੋਂ ਇਹਨੇ ਅੱਛਾ ਫਿਰ ਬਾਅਦ 'ਚ ਮਾਫ ਕਰ ਵੀ ਦਿੱਤਾ, ਜਦੋਂ ਅਸੀਂ ਸਾਰਾ ਟੈਕਸ ਭਰਤਾ ਆਪਦਾ ਜਿਹੜਾ ਬਣਦਾ ਸੀ, ਓਬਵੀਅਸਲੀ ਭਰਨਾ ਹੀ ਸੀ ਉਹ ਤਾਂ, ਤੇ ਇਹਨੇ ਬਾਅਦ 'ਚ ਮਾਫ ਕਰਤਾ ਜਿਨ੍ਹਾਂ ਨੇ ਨਹੀਂ ਭਰਾਇਆ ਸੀ। ਹੁਣ ਇਹ ਵੈਂਡਾਟਾ ਨਹੀਂ ਤਾਂ ਹੋਰ ਕੀ ਹੈ, ਤੁਸੀਂ ਦੱਸ ਦਿਓ ਜੀ। ਨਹੀਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਡਿੰਪੀ ਢਿੱਲੋਂ ਤੇ ਜਿਹੜੇ ਨੇੜੇ ਦੇ ਤੁਹਾਡੇ ਜਿਹੜੇ ਟਰਾਂਸਪੋਰਟਰ ਸੀਗੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ, ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਤੋਂ ਪੈਸਾ ਲੈ ਲਿਆ ਗਿਆ, ਤੇ ਦੂਜੇ ਜਿਹੜੇ ਹੋਰ ਟਰਾਂਸਪੋਰਟਰ ਕਿਉਂ ਕਾਂਗਰਸ ਨਾਲ ਜੁੜੇ ਟਰਾਂਸਪੋਰਟਰ ਵੀ ਬਹੁਤ, ਉਹਨਾਂ ਦਾ ਮਾਫ ਕਰ ਦਿੱਤਾ ਗਿਆ। ਅਸੀਂ ਤਾਂ ਭਰਤਾ ਜੀ, ਹੁਣ ਕਰੇ ਨਾ ਕਰੇ ਮਾਫ, ਸਾਰਿਆਂ ਨੇ ਹੀ ਰਿਲੀਫ ਲਈ ਆ ਜੀ। ਵੱਡੇ ਓਪਰੇਟਰਸ ਨੇ, ਕਿਸੇ ਦੀ ਇਹਨੇ ਬੱਸ ਨਹੀਂ ਫੜੀ। ਟੋਟਲ ਇਹਦਾ ਤਾਂ ਟਾਰਗੇਟ ਹੀ ਤੁਹਾਨੂੰ ਮੈਂ ਦੱਸਿਆ ਨਾ ਇੱਕੋ ਹੀ ਸੀ ਵੀ ਕਿਵੇਂ ਨਾ ਕਿਵੇਂ ਡਿੰਪੀ ਢਿੱਲੋਂ ਨੂੰ ਮੈਂ ਵੀਕ ਕਿਵੇਂ ਕਰਾਂ। ਹੁਣ ਜਾਂ ਤਾਂ ਡਰਿਆ ਹੋਇਆ ਅੰਦਰੋਂ ਇੰਨਾ ਇਹ ਨਹੀਂ, ਆਪਾਂ ਤਾਂ ਇਹੋ ਜਿਹੀ ਗੱਲ ਤੇ ਕਦੇ ਖਿਆਲ ਹੀ ਨਹੀਂ ਕਰੀਦਾ ਵਿਰੋਧੀ ਦਾ।
ਅੰਦਰੋਂ ਡਰਿਆ ਹੋਇਆ ਇਸੇ ਕਰਕੇ ਮੈਨੂੰ ਵੀਕ ਕਰਨ ਦੇ ਬਾਰੇ ਇਹ ਸਾਜ਼ਿਸ਼ ਕਰ ਰਿਹਾ ਤੇ ਮੈਨੂੰ ਪੈਸੇ ਦਾ ਤੂੰ ਵੀਕ ਕਰ ਲੇਗਾ, ਮੇਰੇ ਕਾਰੋਬਾਰ 'ਚ ਵੀ ਮੈਨੂੰ ਵੀਕ ਕਰ ਲੇਗਾ। ਇਹਨਾਂ ਮੂਹਰੇ ਕਿਵੇਂ ਵੀਕ ਕਰੇਗਾ ਜਿਹੜੇ ਲੋਕ ਮੇਰੇ ਨਾਲ ਖੜ ਗਏ। ਢਿੱਲੋਂ ਸਾਹਿਬ ਇੱਕ ਹੋਰ ਸਵਾਲ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤੇ ਗਏ, ਉਸ ਤੋਂ ਬਾਅਦ ਕੰਟਰੋਵਰਸੀ ਛਿੜੀ ਕਿ ਨਵਜੋਤ ਸਿੰਘ ਚੇਰਾ ਹੋਣਗੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਹੋਣਗੇ, ਕਿਉਂਕਿ ਈਡੀ ਵਾਲਾ ਵਿੱਚ ਚੱਕਰ ਪੈ ਗਿਆ, ਪੈਸਾ ਬਰਾਮਦ ਹੋਇਆ, ਤਾਂ ਹੁਣ ਚੰਨੀ ਦਾ ਚਿਹਰਾ ਜਿਹੜਾ ਐਲਾਨ ਦਿੱਤਾ ਗਿਆ। ਚੰਨੀ ਵੱਲੋਂ ਜਿਹੜੇ ਐਲਾਨ ਕੀਤੇ ਗਏ ਨੇ ਕਿ ਜ਼ਮੀਨੀ ਪੱਧਰ ਤੇ ਐਲਾਨ ਜਾਰੀ ਹੋ ਸਕੇ ਨੇ ਜਾਂ ਨਹੀਂ, ਜਾਂ ਕੀ ਲੱਗਦਾ ਤੁਹਾਨੂੰ ਇਸ ਦੇ ਪਿੱਛੇ ਕਿ ਐਲਾਨ ਹੀ ਰਹਿ ਗਏ ਨੇ? ਸਭ ਤੋਂ ਵੱਡਾ ਐਲਾਨ ਸੀ ਜੀ ਇਹਨਾਂ ਦਾ ਬਿਜਲੀ ਦੇ ਇਹਨਾਂ ਨੇ ਬਿੱਲ ਮਾਫ ਕੀਤੇ ਸੀ। ਦੇਖੋ ਬਾਕੀ ਗੱਲਾਂ ਤਾਂ ਸਾਰੀਆਂ ਹਵਾਈ ਸੀ। ਉਹ ਕਹਿੰਦੇ ਸੀ ਅਸੀਂ ਮਾਫ ਕਰਦੇ ਤੁਹਾਨੂੰ ਬਿੱਲ ਨਹੀਂ ਆਉਣਗੇ, ਉਹ ਸਾਰੇ ਫੇਰ ਆਉਣ ਲੱਗ ਗਏ ਜੀ। ਮੈਂ ਹੁਣ ਪਿਛਲੇ ਪਿੰਡ ਜਾ ਕੇ ਆਇਆ, ਉਹ 23,000 ਰੁਪਏ ਬਿੱਲ ਆਇਆ। ਇੱਥੇ ਤੁਸੀਂ ਪੁੱਛ ਲਓ ਸਾਰੇ ਦੁਬਾਰੇ ਬਿੱਲ ਆ ਗਏ। ਉਹ ਸਿਰਫ ਹਵਾਈ ਗੱਲਾਂ ਸੀ ਜੀ ਭਾਈ ਸਾਹਿਬ। 4 ਦਿਨਾਂ ਵਾਸਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ 000 ਵਾਲੇ ਬਿੱਲ ਕੱਢ ਦਿਓ। ਉਹ ਜਦੋਂ ਹੁਣ 1 ਮਹੀਨੇ ਬਾਅਦ ਆਏ ਉਹ ਸਾਰੇ ਫੇਰ ਪੂਰੇ ਹੋ ਕੇ ਆ ਗਏ ਜੀ, ਨਾਲ ਜੁੜ ਕੇ ਆ ਗਏ। ਕਾਂਗਰਸ ਪਾਰਟੀ ਲੋਕਾਂ ਨੂੰ ਸਹੀ ਰਸਤੇ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਵੀ ਉਖਾੜ ਕੇ ਗਲਤ ਰਸਤੇ ਤੇ ਪਾਉਣ ਦੀ, ਜਿਹੜੇ ਬੰਦੇ ਸਹੀ ਬਿੱਲ ਭਰ ਰਹੇ ਸੀ ਉਹ ਵੀ ਇਹ ਵੇਖ ਕੇ ਹਟ ਗਏ ਵੀ ਯਾਰ ਮਾਫ ਨਾ ਹੋ ਜਾਣ, ਉਹ ਵੀ ਭਰਨੋਂ ਹਟ ਗਏ ਤੇ ਉਹਨਾਂ ਦੇ ਵੀ ਹੁਣ ਨਾਲ ਜੁਰਮਾਨਾ ਲੱਗ ਕੇ ਆ ਗਿਆ। ਪਹਿਲਾਂ ਇਹਨਾਂ ਨੇ ਇਹੀ ਆਪਣਾ ਕਿਸਾਨਾਂ ਨਾਲ ਕੀਤਾ, ਜਿਹੜੇ ਸੁਸਾਇਟੀਆਂ ਦੇ ਪੈਸੇ ਸਹੀ ਭਰਦੇ ਹੁੰਦੇ ਸੀ ਕਿਸਾਨ, ਇਹਨਾਂ ਨੇ ਕਹਿਤਾ ਜੀ ਅਸੀਂ ਮਾਫ ਕਰਾਂਗੇ। ਉਹ ਸਾਰਿਆਂ ਨੇ ਆਏ ਹੋ ਗਿਆ ਵੀ ਚਲੋ ਜਦੋਂ ਕੈਪਟਨ ਸਾਹਿਬ ਨੇ ਕਹਿਤਾ ਹੁਣ ਕਦੇ ਅਸੀਂ ਭਰਨੇ ਆ, ਕਿਸੇ ਨੇ ਭਰਿਆ ਨਹੀਂ ਤੇ ਅੱਧਾ ਕੋਟ ਭਾਈ ਡਿਫਾਲਟਰ ਹੋ ਗਿਆ ਜੀ ਜਿੱਥੇ ਆਪਾਂ ਖੜੇ ਆ। ਮਤਲਬ ਕਿ ਕਹਿ ਸਕਦੇ ਆ ਕਿ ਐਲਾਨ ਦੇ ਨਾਲ ਨੁਕਸਾਨ ਹੋ ਗਿਆ। ਭਾਈ ਸਾਹਿਬ ਐਲਾਨ ਜਾਂ ਤਾਂ ਤੁਸੀਂ ਕਰੋ ਨਾ, ਜੇ ਐਲਾਨ ਕਰਦੇ ਹੋ ਤਾਂ ਫਿਰ ਉਸ ਐਲਾਨ ਨੂੰ ਪੂਰਾ ਕਰੋ। ਮੈਂ ਇਹ ਮਤਲਬ ਕਿ ਇਸ ਚੀਜ਼ ਨੂੰ ਮੈਂ ਜ਼ਿਆਦਾ ਪ੍ਰਾਇੋਰਟੀ ਦਿੰਦਾ। ਤੁਸੀਂ ਐਲਾਨ ਕਰਤਾ ਵੀ ਮੈਂ ਜੀ ਆਹ ਕੰਮ ਅੱਜ ਤੋਂ ਤੁਹਾਡਾ ਫ੍ਰੀ ਹੋਊਗਾ, ਓਬਵੀਅਸਲੀ ਹਰ ਬੰਦੇ ਨੂੰ ਲਾਲਚ ਆ ਜੀ ਵੀ ਮੇਰਾ ਵੀ ਹੋ ਜੂ ਮੇਰਾ ਵੀ ਹੋ ਜੂ, ਤੇ ਬਾਅਦ 'ਚ ਤੁਸੀਂ ਕਰੋ ਨਾ। ਉਹ ਚੰਗੇ ਭਲੇ ਚੱਲਦੇ ਚੱਲਦੇ ਤੁਸੀਂ ਲਾਈਨ ਨੂੰ ਲਾਤੇ ਨਹੀਂ, ਅਗਲਾ ਕੋਈ ਧੀ ਵੇਚੇ ਪੁੱਤ ਵੇਚੇ ਆਪਦਾ ਜਗਾੜਮੈਂਟ ਕਰੀ ਜਾਂਦਾ, ਹਰ ਮਹੀਨੇ ਆਪਦਾ ਟੈਕਸ ਭਰ ਦਿੰਦਾ, ਜਦੋਂ ਹੱਲਾਸ਼ੇਰੀ ਦੇ ਦੀ ਫਿਰ ਹਰੇਕ ਹੀ ਡਿਫਾਲਟਰ ਹੋ ਗਿਆ ਜੀ ਹੁਣ। ਇੱਕ ਢਿੱਲੋਂ ਸਾਹਿਬ ਹੋਰ ਬੜੀ ਇੰਟਰਸਟਿੰਗ ਘਟਨਾ ਵਾਪਰ ਰਹੀ ਹੈ ਪੰਜਾਬ ਦੇ ਵਿੱਚ। ਸਾਰਾ ਪੰਜਾਬ ਹੈਗਾ ਜਿਹੜਾ ਬੀਜੇਪੀ ਦੇ ਐਂਟੀ ਹੋਇਆ ਸੀਗਾ ਕਿਸਾਨ ਬਿੱਲ ਤੋਂ ਬਾਅਦ, ਜਦੋਂ ਧਰਨਾ ਲੱਗਦਾ ਦਿੱਲੀ ਦੇ ਵਿੱਚ, ਪੂਰਾ ਪੰਜਾਬ ਪੂਰੀ ਤਰ੍ਹਾਂ ਐਂਟੀ ਸੀ। ਹੁਣ ਲਗਾਤਾਰ ਜਿਹੜੇ ਲੋਕ ਨੇ, ਸੈਲੀਬ੍ਰਿਟੀ ਲਾ ਲਈਏ ਜਾਂ ਫਿਰ ਰਾਜਨੀਤਿਕ ਲੋਕ ਲਾ ਲਈਏ, ਤੜਾ ਤੜ ਬੀਜੇਪੀ 'ਚ ਜਾ ਰਹੇ ਨੇ। ਕੀ ਲੱਗਦਾ ਰਾਜਨੀਤਿਕ ਸਮਝ ਰੱਖਦੇ ਹੋ, ਕੀ ਕਾਰਨ ਹੋ ਸਕਦਾ? ਜਾ ਰਹੇ ਸੀ, ਹੁਣ ਬ੍ਰੇਕਾਂ ਲੱਗ ਗਈਆਂ ਜੀ। ਪੰਜਾਬ 'ਚੋਂ ਨਹੀਂ ਕੋਈ ਜਾਊਗਾ। ਪੰਜਾਬ ਦੀ ਸਿਨੈਰੀਓ ਡਿਫਰੈਂਟ ਆ ਪੋਲੀਟਿਕਸ ਦਾ ਆਮ ਸਟੇਟਸ ਨੂੰ। ਉੱਥੇ ਜਿਹੜੀ ਆਮ ਸਟੇਟਸ ਦੇ ਵਿੱਚ ਪੋਲੀਟਿਕਸ ਆ ਭਾਈ ਸਾਹਿਬ, ਉਹ ਹੈਗੀ ਮੋਦੀ ਸਾਹਿਬ ਕੰਮਾਂ ਦੇ ਆਧਾਰ ਤੇ ਨਹੀਂ ਪੋਲੀਟਿਕਸ ਕਰ ਰਹੇ, ਧਰਮ ਦੇ ਆਧਾਰ ਤੇ ਪੋਲੀਟਿਕਸ ਕਰ ਰਹੇ, ਵਿਚ ਇਜ਼ ਵੈਰੀ ਡੇਂਜਰਸ ਫॉर द ਕੰਟਰੀ। ਹਿੰਦੂ ਤੇ ਸਿੱਖ ਨੂੰ ਇਹਨਾਂ ਨੇ ਵੰਡ ਰੱਖਿਆ, ਹਿੰਦੂ ਤੇ ਆਪਣਾ ਮੁਸਲਿਮ ਵੋਟਸ ਨੂੰ। ਟੋਟਲ ਜਿੰਨੀਆਂ ਵੋਟਸ ਮੰਗਦੇ ਆ ਧਰਮ ਦੇ ਆਧਾਰ ਤੇ ਮੰਗਦੇ ਆ। ਪੰਜਾਬ 'ਚ ਸਾਡੇ ਇਹ ਸਿਸਟਮ ਹੈ ਨਹੀਂ। ਇੱਥੇ ਧਰਮ ਦੇ ਨਾਂ ਤੇ ਕੋਈ ਵੋਟ ਨਹੀਂ ਪੈਂਦੀ, ਇੱਥੇ ਕੰਮਾਂ ਦੇ ਆਧਾਰ ਤੇ ਵੋਟ ਪੈਂਦੀ ਹੈ। ਜਿਹੜਾ ਸਹੀ ਬੰਦਾ ਹੋਵੇ ਉਹਨੂੰ ਚੁਣਦੇ ਆ, ਸਹੀ ਪਾਰਟੀ ਹੋਵੇ ਉਹਨੂੰ ਚੁਣਦੇ ਆ। ਸਾਡੇ ਇਹ ਨਹੀਂ ਕੋਈ ਮਤਲਬ ਵੀ ਜੇ ਮੈਂ ਸਿੱਖ ਹਾਂ ਤਾਂ ਮੈਨੂੰ ਵੋਟ ਜ਼ਿਆਦਾ ਪੈ ਜਾਊਗੀ ਤੇ ਮੇਰਾ ਓਪੋਨੈਂਟ ਹਿੰਦੂ ਆ ਤੇ ਉਹਨੂੰ ਵੋਟ ਘੱਟ ਪੈ ਜਾਊਗੀ। ਇਹ ਕੋਈ ਚੱਕਰ ਨਹੀਂ ਪੰਜਾਬ 'ਚ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਦੇ ਨਾਲ ਇੱਕ ਅਹਿਮ ਸੀਟ ਮੰਨੀ ਜਾ ਰਹੀ ਹੈ ਗਿੱਦੜਬਾਹਾ, ਉਸੇ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਪੂਰਬੀ ਸੀਟ ਹੈਗੀ ਹੈ ਜਿਹੜੀ, ਉਹ ਵੀ ਬੜੀ ਵਕਾਰ ਦਾ ਸਵਾਲ ਬਣੀ ਹੋਈ ਹੈ, ਕਿਉਂਕਿ ਸੁਖਬੀਰ ਜੀ ਨੇ ਐਲਾਨ ਕਰਤਾ ਕਿ ਵਿਕਰਮ ਮਜੀਠੀਆ ਉੱਥੋਂ ਲੜਨਗੇ। ਤਾਂ ਉੱਥੇ ਕੀ ਹੈਗਾ ਕਿ ਮੁੱਦਿਆਂ ਨੂੰ ਛੱਡ ਕੇ ਇੱਕ ਦੂਜੇ ਤੇ ਵਾਰ ਕਰਨ ਵਾਲੀ ਜਿਹੜੀ ਰਾਜਨੀਤੀ ਹੈ ਉਹ ਜ਼ਿਆਦਾ ਭਾਰੂ ਹੋਈ ਹੈ, ਕਿਉਂਕਿ ਇੱਕ ਇੱਦਾਂ ਹੋਇਆ ਕਿ ਮੈਂ ਮਜੀਠੀਆ ਨੂੰ ਹਰਾਉਣਾ ਜਾਂ ਫਿਰ ਉੱਧਰੋਂ ਹੋਇਆ ਮੈਂ ਨਵਜੋਤ ਸਿੱਧੂ ਨੂੰ ਹਰਾਉਣਾ। ਕੀ ਲੱਗਦਾ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਿਨੈਰੀਓ ਹੈਗਾ ਜਿਹੜਾ ਹੈ ਕਿ ਇਸ ਤਰ੍ਹਾਂ ਦੇ ਨਾਲ ਪਰਸਨਲ ਰੰਜਿਸ਼ਾਂ ਰੱਖ ਕੇ ਰਾਜਨੀਤੀ ਕਰਨੀ ਚਾਹੀਦੀ ਹੈ? ਨਹੀਂ ਭਾਈ ਸਾਹਿਬ, ਗੱਲ ਇਹ ਨਹੀਂ ਜੀ, ਮਾਫ ਕਰਨਾ ਮੈਂ ਕਦੇ ਇਹੋ ਜਿਹੇ ਅਲਫਾਜ਼ ਯੂਜ਼ ਨਹੀਂ ਕੀਤੇ, ਪਰ ਮੈਂ ਅੱਜ ਕਰ ਰਿਹਾ ਤੁਹਾਡੇ ਇਸ ਮਾਧਿਅਮ ਦੇ ਜ਼ਰੀਏ। ਕਈ ਵਾਰੀ ਜਦੋਂ ਕੋਈ ਜ਼ਿਆਦਾ ਭੌਂਕਣ ਲੱਗ ਜੇ ਨਾ, ਫਿਰ ਉਹਨੂੰ ਚੁੱਪ ਕਰਾਉਣਾ ਬੜਾ ਜ਼ਰੂਰੀ ਹੋ ਜਾਂਦਾ। ਸਾਡੇ ਪੰਜਾਬ ਦੇ ਵਿੱਚ 2 ਜਣੇ ਆ ਜਿਹੜਾ ਹਰੇਕ ਬੰਦੇ ਦੇ ਪੋਤੜੇ ਫਰੋਲਦੇ ਆ, ਉਹਦੀ ਤਹਿ ਤੱਕ ਜਾਂਦੇ ਆ। ਇੱਕ ਤਾਂ ਹੈਗਾ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਵੇ ਦਾ MLA, ਇੱਕ ਹੈਗਾ ਇਹਨਾਂ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ। ਫਿਰ ਉਹਨਾਂ ਨੂੰ ਢਾਉਣ ਵਾਸਤੇ ਕੋਈ ਤਕੜੇ ਕੰਟੈਂਡਰ ਦੀ ਲੋੜ ਹੁੰਦੀ ਹੈ ਜੀ।
ਉੱਥੇ ਮਜੀਠੀਆ ਸਾਹਿਬ ਨੇ ਇੰਤਜ਼ਾਮ ਕਰਨਾ, ਇੱਥੇ ਇਹ ਪਾਰਟੀ ਨੇ ਸੇਵਾ ਮੈਨੂੰ ਲਾਈ ਵੀ ਹੈ ਜੀ। ਇਸ ਕਰਕੇ ਇਹਨਾਂ ਨੂੰ ਚੁੱਪ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਕਿਸ ਤਰ੍ਹਾਂ ਲੱਗ ਰਿਹਾ ਕਿਸ ਪਾਸੇ ਜਾਣਗੇ ਨਤੀਜੇ, ਕਿਉਂਕਿ ਗਿੱਦੜਬਾਹਾ ਦੀ ਚੋਣ ਤੇ ਬੜੀਆਂ ਨਜ਼ਰਾਂ ਹੈਗੀਆਂ, ਤਕਰੀਬਨ ਹਰ ਇੱਕ ਜਿਹੜਾ ਸਿਆਸੀ ਬੰਦਾ ਹੈਗਾ ਉਸ ਦੀ ਵੀ ਨਜ਼ਰ ਹੈਗੀ ਆ, ਤਾਂ ਲੋਕਾਂ ਦੀ ਵੀ ਹੈਗੀ ਆ, ਚੋਣ ਪ੍ਰਚਾਰ ਕਰ ਰਹੇ ਹੋ, ਕਿਸ ਤਰ੍ਹਾਂ ਲੱਗਦਾ? ਬਹੁਤ ਜ਼ਿਆਦਾ ਵਧੀਆ ਮਾਹੌਲ ਆ ਜੀ, ਬੜੇ ਲੋਕ ਇੰਨਾ ਕੁ ਪਿਆਰ ਦੇ ਰਹੇ ਆ। ਮੈਂ ਤਾਂ ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੋ ਮੈਨੂੰ ਪਿਆਰ ਸਤਿਕਾਰ ਮਿਲ ਰਿਹਾ, ਅਰਦਾਸ ਕਰਦਾ ਕਿ ਮੈਨੂੰ ਇੰਨਾ ਕਾਬਲ ਬਣਾਈ ਵੀ ਮੈਂ ਸਾਰਿਆਂ ਨਾਲ ਖਰਾ ਉਤਰ ਸਕਾਂ, ਕਿਸੇ ਦਾ ਦਿਲ ਨਾ ਦੁਖੇ ਮੇਰੇ ਕਰਕੇ। ਪਿਆਰ ਸਤਿਕਾਰ ਮੈਂ ਇਵੇਂ ਜਿਵੇਂ ਵਾਪਸ ਇਹਨਾਂ ਦਾ ਚੌਗਣਾ ਕਰਕੇ ਮੋੜ ਸਕਾਂ ਜੋ ਮੈਨੂੰ ਦੇ ਰਹੇ ਆ। ਢਿੱਲੋਂ ਸਾਹਿਬ, ਇੱਕ ਹੋਰ ਇਲਜ਼ਾਮ ਬੜੇ ਲੱਗਦੇ ਨੇ, ਸਿਆਸੀ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਅਕਾਲੀ ਦਲ ਨੇ ਬੇਅਦਬੀਆਂ ਦੇ ਮਸਲੇ ਦੇ ਵਿੱਚ ਇਨਸਾਫ ਨਹੀਂ ਦਿੱਤਾ ਹੈਗਾ। ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ ਲੈ ਕੇ? ਅਸੀਂ ਤਾਂ ਚਲੋ ਨਹੀਂ ਦਿੱਤਾ ਜੀ, ਸਾਥੋਂ ਗਲਤੀ ਹੋ ਗਈ, ਕਾਂਗਰਸ ਨੇ ਦਿੱਤਾ। ਇਕੱਲੇ ਇਲਜ਼ਾਮ ਹੀ ਸੀ ਭਾਈ ਸਾਹਿਬ, ਇਕੱਲੇ ਇਲਜ਼ਾਮ ਹੀ ਸੀ। ਅਕਾਲੀ ਦਲ ਨੂੰ ਸਿਰਫ ਬਦਨਾਮ ਕੀਤਾ ਗਿਆ ਸੀ, ਖੇਡ ਖੇਡੀ ਸੀ ਤਾਂ ਉਹ ਉਹਨਾਂ ਦੀ ਕਾਮਯਾਬ ਹੋ ਗਈ। ਇਸੇ ਚੱਕਰ ਦੇ ਵਿੱਚ ਰੌਲਾ ਪਾ ਕੇ ਆਪਦੀ ਸਰਕਾਰ ਬਣਾ ਗਏ, 5 ਸਾਲ ਮौज ਮਸਤੀਆਂ ਕਰ ਗਏ, ਡੱਕਾ ਕਿਸੇ ਦਾ ਤੋੜਿਆ ਨਹੀਂ, ਤੇ ਉਹ ਬੇਅਦਬੀ ਫਿਰਦੀ ਹੈ ਰੁਲਦੀ, ਤੇ ਕਿਸੇ ਦਾ ਇੰਨਾ ਕੰਮ ਨਹੀਂ ਹੋਇਆ, ਡੱਕਾ ਨਹੀਂ ਵਿਗਾੜਿਆ ਗਿਆ। ਕਿਸੇ ਨੂੰ ਤਾਂ ਤੁਸੀਂ ਇਸ ਗੱਲ ਦੇ ਰਿਸਪੌਂਸਿਬਲ ਠਹਿਰਾਉਂਦੇ ਵੀ ਫਲਾਣੇ ਬੰਦੇ ਨੇ ਬੇਅਦਬੀ ਕੀਤੀ ਹੈ। ਤੁਹਾਡੀ ਸਰਕਾਰ ਹੀ ਬੇਅਦਬੀ ਦੇ ਨਾਂ 'ਤੇ ਬਣੀ ਸੀ, ਉਹ ਤੁਸੀਂ ਹੱਲ ਨਹੀਂ ਕੀਤਾ। ਹਾਂ, ਸਿੰਪਲ। ਮਤਲਬ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਜਿਹੜਾ ਸਿਆਸੀ ਰੁਤਬਾ ਹੈਗਾ ਉਹ ਇਸੇ ਚੱਕਰ 'ਚ ਗਵਾਉਣਾ ਪੈ ਗਿਆ, ਕਿਉਂਕਿ ਉਹਨਾਂ ਵੱਲੋਂ ਸਹੁੰ ਵੀ ਖਾਧੀ ਗਈ ਸੀ ਨਸ਼ਿਆਂ ਦੇ ਮੁੱਦੇ ਦੀ ਲਾ ਲਈਏ ਜਾਂ ਫਿਰ ਬੇਅਦਬੀ ਦੇ ਮਸਲੇ ਦੇ ਉੱਤੇ ਉਹਨਾਂ ਵੱਲੋਂ ਪੂਰੀ ਉਸ ਸਮੇਂ ਰਾਜਨੀਤੀ ਕੀਤੀ ਗਈ ਪ੍ਰਸ਼ਾਂਤ ਕਿਸ਼ੋਰ ਨੂੰ ਬੁਲਾ ਕੇ। ਕੀ ਕਹੋਗੇ ਕਿ ਇਸੇ ਕਰਕੇ ਅੱਜ ਜੋ ਉਹਨਾਂ ਦੇ ਹਾਲਾਤ ਹੈਗੇ ਨੇ? ਅਸੀਂ ਤਾਂ ਸ਼ਰੇਆਮ ਕਹਿੰਦੇ ਸੀਗੇ ਜੀ, ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਕਿਹਾ ਸੀ ਵੀ ਬੇਅਦਬੀ ਕਰਨ ਵਾਲੇ ਦਾ ਵੀ ਕੱਖ ਨਾ ਰਵੇ ਤੇ ਬੇਅਦਬੀ ਤੇ ਸਿਆਸਤ ਕਰਨ ਵਾਲੇ ਦਾ ਵੀ ਕੱਖ ਨਾ ਰਵੇ। ਤੇ ਹੋ ਗਿਆ ਜੀ। ਫਿਰ ਇੱਕ ਸਿੱਧੂ ਸਾਹਿਬ ਸੀ, ਇਹਨਾਂ ਦਾ ਮੈਨੂੰ ਲੱਗਦਾ ਹੋ ਜੂ 20 ਤਰੀਕ ਨੂੰ ਸ਼ਾਇਦ ਆਪਰੇਸ਼ਨ, ਤੇ ਕੈਪਟਨ ਸਾਹਿਬ ਦਾ ਤਾਂ ਹੋ ਹੀ ਗਿਆ, ਤੇ ਜਾਖੜ ਸਾਹਿਬ ਉਹ ਬੈਠੇ ਆ ਬੋਰ, ਉਹਨਾਂ ਦਾ ਵੀ ਕਰਤਾ, ਦੋਵਾਂ ਦਾ ਤਾਂ ਕਰਤਾ ਜੀ, ਤੇ ਤੀਜੇ ਦਾ ਹੁਣ ਹੋ ਜੂ, ਹੋਰ 4 ਦਿਨਾਂ ਨੂੰ ਹੋ ਜੂ। ਜਾਖੜ ਸਾਹਿਬ ਦਾ ਵੀ ਦਰਦ ਛਲਕਿਆ ਸੀਗਾ ਕਿ ਮੈਨੂੰ 40-42 ਵੋਟਾਂ ਪਈਆਂ, ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ, ਹਿੰਦੂ ਚਿਹਰਾ ਕਰਕੇ ਨਹੀਂ ਬਣਾਇਆ। ਤਾਂ ਕੀ ਲੱਗਦਾ ਕਿ ਜਿਹੜੀ ਕੇਂਦਰ ਦੀ ਰਾਜਨੀਤੀ ਹੈਗੀ ਹੈ, ਜਿਸ ਤਰ੍ਹਾਂ ਦੇ ਨਾਲ ਧਰਮ ਦੀ ਰਾਜਨੀਤੀ, ਉਹ ਪੰਜਾਬ ਦੀ ਰਾਜਨੀਤੀ 'ਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈ? ਕਿਉਂਕਿ ਹੁਣ ਕਾਂਗਰਸ 'ਚ ਵੀ ਇਹੀ ਗੱਲ ਹੋ ਰਹੀ ਹੈ ਕਿ ਮੈਂ ਹਿੰਦੂ ਚਿਹਰਾ ਸੀ, ਮੈਨੂੰ ਤਾਂ ਨਹੀਂ ਬਣਾਇਆ। ਵੈਸੇ ਪੰਜਾਬ 'ਚ ਇਹ ਗੱਲ ਲਾਇਕ ਕਰਦੀ ਹੈ ਜੀ, ਵੀ ਕਿਉਂਕਿ ਹਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਜਿੰਨੇ ਵੀ ਬਣੇ ਆ ਉਹ ਸਾਰੇ ਸਿੱਖ ਚਿਹਰੇ ਹੀ ਬਣੇ ਆ, ਤੇ ਕਿਤੇ ਨਾ ਕਿਤੇ ਇਹ ਚੀਜ਼, ਕਿਉਂਕਿ ਇਹ ਡੋਂਟ ਟੇਕ ਐਸ ਜਾਖੜ, ਇਹ ਪੰਜਾਬ ਸਟੇਟ ਨੂੰ ਕੋਈ ਸੀਐਮ ਜਦੋਂ ਬਾਹਰ ਜਾ ਕੇ ਰਿਪਰੈਜ਼ੈਂਟ ਕਰਦੇ ਆ ਤੇ ਉਹ ਫਿਰ ਪੰਜਾਬੀ ਲੁੱਕ ਉਹਦੇ 'ਚ ਆਉਣੀ ਚਾਹੀਦੀ ਆ, ਇੱਕ ਫੇਸ ਪੰਜਾਬੀ ਆਉਣਾ ਚਾਹੀਦਾ। ਉਹ ਜਾਖੜ ਸਾਹਿਬ ਚਾਹਣੀ ਸੀ। ਜਾਖੜ ਸਾਹਿਬ ਹਰਿਆਣੇ ਨੂੰ ਤਾਂ ਜਾ ਕੇ ਰਿਪਰੈਜ਼ੈਂਟ ਕਰ ਸਕਦੇ ਆ, ਹਿਮਾਚਲ ਨੂੰ ਕਰ ਸਕਦੇ ਆ, ਪੰਜਾਬ ਨੂੰ ਨਹੀਂ ਕਰ ਸਕਦੇ। ਪੰਜਾਬ ਵਾਸਤੇ ਫਿਰ ਪੰਜਾਬੀ ਹੀ ਚਾਹੀਦਾ ਪ੍ਰੋਪਰ। ਢਿੱਲੋਂ ਸਾਹਿਬ, ਇੱਕ ਹੋਰ ਸਵਾਲ ਹੈਗਾ, ਜਿਸ ਤਰ੍ਹਾਂ ਰਾਜਾ ਵੜਿੰਗ ਦੀ ਗੱਲ ਕਰ ਰਹੀ ਹੈ, ਪੂਰਾ ਪਰਿਵਾਰ ਹੈ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਕੁੱਦਿਆ ਹੋਇਆ, ਬੇਟੀ ਵੀ ਚੋਣ ਪ੍ਰਚਾਰ ਕਰ ਰਹੀ ਹੈ, ਲੇਕਿਨ ਢਿੱਲੋਂ ਸਾਹਿਬ ਇਕੱਲੇ ਹੀ ਡਟੇ ਹੋਏ ਨੇ, ਕਾਰਨ ਕੀ ਹੈ? ਨਹੀਂ ਜੀ, ਮੇਰਾ ਸਾਰੀ ਫੈਮਿਲੀ ਡਟੀ ਵੀ ਹੈ। ਤੁਹਾਨੂੰ ਮੈਂ ਅੱਜ ਇਕੱਲਾ ਵੇਖ ਰਿਹਾ ਇੱਥੇ, ਮੇਰਾ ਬ੍ਰਦਰ, ਮੇਰਾ ਬੇਟਾ, ਮੇਰਾ ਭਤੀਜਾ, ਮੇਰੀ ਵਾਈਫ, ਮੇਰੀ ਡਾਟਰ ਇਨ ਲਾਅ, ਮੇਰੀ ਬੇਟੀ, ਮੇਰਾ ਜਵਾਈ, ਹਾਂਜੀ ਮੇਰੀ ਵੈਸੇ ਤਾਂ ਮੈਂ ਬੇਟੀ ਕਹਿਣਾ, ਮੇਰੀ ਭਾਬੀ ਆ ਸਨੀ ਦੀ ਵਾਈਫ, ਉਹ ਲੱਗੀ ਵੀ ਆ, ਮੇਰੇ ਆਸੇ ਪਾਸੇ ਵਾਲੇ ਮੇਰੇ ਚਾਚੇ ਤਾਇਆਂ ਦੇ ਬੇਟੇ, ਨੂੰਹਾਂ, ਸਾਰੇ ਲੱਗੇ ਹੋਏ ਆ, ਤੇ ਉੱਤੋਂ ਦੀ ਫਿਰ ਇਹ ਸਾਰੇ ਜਿਹੜੇ ਮੇਰੇ ਅਸਲ ਰਿਸ਼ਤੇਦਾਰ ਆ, ਜਿਹੜੇ ਮੇਰੇ ਮਤਲਬ ਕਿ ਜਿਹੜੇ ਹੁਣ ਸਭ ਤੋਂ ਨੇੜਲੇ ਸਾਥੀ ਆ, ਉਹ ਇਹ ਲੋਕ ਆ। ਇਹਨਾਂ ਨੇ ਤਾਂ ਫਿਰ ਆਪਦੀ ਲੜਾਈ ਬਣਾਈ ਵੀ ਹੈ ਨਾ ਜੀ। ਮੈਂ ਤਾਂ ਅੱਜ ਫਿਰ 2 ਘੰਟੇ ਆਰਾਮ ਕਰ ਲੈਣਾ। ਢਿੱਲੋਂ ਸਾਹਿਬ ਜੀ, ਹਲਕੇ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਲੋਕਾਂ ਨੇ ਇਹ ਵੀ ਕਿਹਾ ਹੈ, ਬਹੁਤ ਸਾਰੇ ਲੋਕ ਨੇ ਕਈਆਂ ਦੇ ਕੰਮ ਕੀਤੇ ਹੋਣਗੇ, ਉਹਨਾਂ ਨੇ ਕਿਹਾ ਰਾਜਾ ਵੜਿੰਗ ਨੇ ਵਧੀਆ ਕੰਮ ਕੀਤਾ। ਬਹੁਤ ਸਾਰੇ ਲੋਕ ਇਹ ਵੀ ਨੇ, ਉਹ ਕਹਿੰਦੇ ਨੇ ਕਿ ਰਾਜਾ ਵੜਿੰਗ ਨੇ ਸਾਡਾ ਨੁਕਸਾਨ ਵੀ ਬੜਾ ਕੀਤਾ, ਸਾਡੇ ਏਰੀਆ 'ਚ ਦੁਬਾਰਾ ਸੇਮ ਤੱਕ ਆਉਣ ਕਰਕੇ ਜਾਂ ਫਿਰ ਇਦਾਂ ਦੇ ਕਈ ਮਾਮਲੇ ਜਿਹੜੇ ਹੈਗੇ ਨੇ ਉਹਦੇ ਨਾਲ ਸਾਡਾ ਨੁਕਸਾਨ ਕੀਤਾ। ਕੀ ਤੁਹਾਡੀ ਨਜ਼ਰ ਦੇ ਵਿੱਚ ਹੈ ਕੁਛ ਇੱਦਾਂ ਦਾ? ਭਾਈ ਸਾਹਿਬ ਦੇਖੋ, ਮੇਨ ਚੀਜ਼ ਪਤਾ ਕੀ ਹੁੰਦੀ ਹੈ ਜੀ, 100% ਕੰਮ ਕੋਈ ਵੀ ਨਹੀਂ ਕਰਾ ਸਕਦਾ। ਜੇ ਮੈਂ ਕਹਾਂ ਵੀ ਮੈਂ ਕਰਾ ਦੂੰਗਾ, ਮੈਂ ਵੀ ਨਹੀਂ ਕਰਾ ਸਕਦਾ। ਸਭ ਤੋਂ ਵੱਡੀ ਗੱਲ ਆ
ਲਿਆਕਤ ਹੋਣੀ ਬੜੀ ਜ਼ਰੂਰੀ ਆ। ਹਰ ਗੱਲ ਕੰਮ ਨਹੀਂ ਹੁੰਦੀ। ਤੁਹਾਡੇ ਇਹ ਲੋਕ ਹੁਣ ਮੇਰੇ ਵਾਸਤੇ ਦਿਨ ਰਾਤ ਭੱਜੇ ਫਿਰਦੇ ਆ, ਕਿੱਡੇ ਕਿੱਡੇ ਝੰਡੇ ਚੱਕੇ ਆ। 2 ਕਿਲੋਮੀਟਰ ਤੋਂ ਮੈਨੂੰ ਅੱਗੇ ਲਾ ਕੇ ਲੈ ਕੇ ਆਇਆ, ਕੱਲ੍ਹ ਨੂੰ ਮੇਰੇ ਕੋਲੇ ਕੰਮ ਆਉਂਦੇ ਆ, ਮੈਂ ਇਹਨਾਂ ਨੂੰ ਗਾਲਾਂ ਕੱਢਾਂ, ਇਹਨਾਂ ਨੂੰ ਬੇਇੱਜ਼ਤ ਕਰਾਂ। ਇਹਨਾਂ ਨੇ ਕੰਮਾਂ ਤੋਂ ਕੀ ਲੈਣਾ ਜੀ? ਰੋਟੀ ਪੰਜਾਬ 'ਚ ਸਾਰੇ ਰੱਜ ਕੇ ਖਾਂਦੇ ਆ, ਸਾਰੇ ਆਰਾਮ ਨਾਲ ਖਾ ਕੇ ਸੌਂਦੇ ਆ। ਜੇ ਮੇਰਾ ਪਿਆਰ ਕਰਦੇ ਆ ਤੇ ਜੇ ਮੈਂ ਕੁਛ ਇਹਨਾਂ ਦਾ ਕੰਮ ਨਹੀਂ ਕਰ ਸਕਦਾ, ਘੱਟੋ ਘੱਟ ਚਾਹ ਤਾਂ ਬਣਾ ਕੇ ਕੋਲੇ ਪਿਆ ਸਕਦਾ। ਕਿਸੇ ਦਾ ਇੰਨਾ ਵੀ ਕੰਮ ਨਹੀਂ ਸਵਾਰਿਆ ਇਹਨੇ, ਇੰਨਾ ਵੀ। ਔਰ ਐਵਰੀ 3rd 4th ਪਰਸਨ ਤੇ FIRs ਲੌਜ ਆ। ਢਿੱਲੋਂ ਸਾਹਿਬ ਸਵਾਰਿਆ ਕੰਮ, ਮੇਰੇ ਤੇ ਪਰਚਾ ਕਰਾਇਆ। ਇਹੀ ਤੁਹਾਨੂੰ ਹਰੇਕ ਬੰਦੇ ਦੇ ਪਰਚੇ, ਹਰੇਕ ਬੰਦਿਆਂ ਤੇ ਪਰਚੇ। ਇਹ ਚਿੱਟੀ ਦਾੜੀ ਵਾਲੇ ਵਾਲੀਏ ਸਾਹਿਬ ਖੜੇ ਆ, 18 ਦਿਨ ਪਰਚੇ ਦੇ ਵਿੱਚ ਨਾਂ ਪਵਾ ਕੇ ਇਕੱਲਾ ਬਿਨਾਂ ਮਤਲਬ ਦਾ, ਤੇ 18 ਦਿਨ ਅੰਦਰ ਲਵਾਏ ਇਹਨਾਂ ਦੇ। ਆਫਟਰ 18 ਡੇਜ਼ ਇਹਨਾਂ ਦੀ ਬੇਲ ਹੋਈ। ਮੇਰੇ ਤੇ ਕਰਾਇਆ ਜੀ। ਆ ਖੜੇ ਢਿੱਲੋਂ ਸਾਹਿਬ ਨੇ ਬਹੁਤ ਮਦਦ ਕਰੀ ਮੇਰੀ ਪਰਚੇ 'ਚ, ਰਾਜੇ ਨੇ। ਇਹੋ ਜਿਹੇ ਕੰਮ ਜੋ ਤੁਸੀਂ ਕਰੋਗੇ, ਫਿਰ ਉਹ ਇੱਕ ਚੀਜ਼ ਨਾ ਉਹ ਗੁਬਾਰਾ ਬਣ ਜਾਂਦੀ ਹੈ। ਫਿਰ ਉਹ ਸਾਰੀ ਫਟੀ ਆ, ਹੁਣ ਉਹ ਸਾਰੀ ਫਟ ਕੇ ਇੱਕ ਮੰਚ ਤੇ ਇਕੱਠੇ ਹੋ ਗਏ। ਉਹ ਇਹ ਹੁਣ ਸਾਰੇ ਆਪ ਦਾ ਪ੍ਰੈਸਟੀਜ ਬਣਾ ਕੇ ਬਹਿ ਗਏ ਵੀ ਇਹਨੂੰ ਹੁਣ ਸਭ ਕੁਝ ਸਿਖਾਉਣਾ ਇੱਕ। ਇਹ ਬਣ ਗਈ ਮਾਹੌਲ, ਇਹ ਬਣ ਗਿਆ ਇੱਥੇ। ਢਿੱਲੋਂ ਸਾਹਿਬ, ਸਮਾਂ ਤੁਹਾਡੇ ਕੋਲ ਵੀ ਘੱਟ ਹੈ, ਲੇਕਿਨ ਆਖਰੀ ਸਵਾਲ ਮੈਂ ਲੈਣਾ ਚਾਹੂੰਗਾ। ਇਸ ਵਾਰ ਫਿਰ ਪਾਰਟੀ ਨੇ ਤੁਹਾਡੇ ਉੱਤੇ ਦਾਅ ਖੇਡਿਆ, ਕੀ ਖਰੇ ਉਤਰ ਜਾਓਗੇ ਉਮੀਦਾਂ ਦੇ ਉੱਤੇ? ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਹੋ, ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਲੋਕਾਂ ਦਾ? ਬਹੁਤ ਵੱਡੀ ਉਮੀਦ ਹੈ ਜੀ, ਬਹੁਤ ਵੱਡੀ ਉਮੀਦ ਆ ਵੀ ਮੈਂ ਪਾਰਟੀ ਦੀਆਂ ਇਹਨਾਂ ਉਮੀਦਾਂ ਤੇ ਖਰਾ ਉਤਰੂੰਗਾ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਵੀ ਮੈਂ ਖਰਾ ਉਤਰੂੰ ਕਿ ਨਹੀਂ ਉਤਰੂੰ, ਇਹ ਤਾਂ 100% ਆ ਵੀ ਮੈਂ ਖਰਾ ਉਤਰੂੰ। ਮੈਨੂੰ ਦਿਨ ਰਾਤ ਚਿੰਤਾ ਇਹ ਸਤਾ ਰਹੀ ਆ ਕਿ ਜਿਹੜੇ ਲੋਕਾਂ ਤੋਂ ਮੈਨੂੰ ਉਮੀਦਾਂ, ਮੈਂ ਉਹਨਾਂ ਤੇ ਉਤਰਿਆ ਵਾਂ ਖਰਾ। ਇਹ ਨਹੀਂ ਮੈਨੂੰ ਕੋਈ ਡਰ, ਮੈਨੂੰ ਤਾਂ ਉਹ ਡਰ, ਆਫਟਰ ਵਾਲਾ ਡਰ ਮੈਨੂੰ ਜ਼ਿਆਦਾ ਸਤਾ ਰਿਹਾ ਵੀ ਮੈਨੂੰ ਇੰਨੀ ਕੁ ਉਹ ਪਰਮਾਤਮਾ ਸ਼ਕਤੀ ਦੇਵੇ, ਤੰਦਰੁਸਤੀ ਬਖਸ਼ੇ, ਤਾਂ ਕਿ ਜੋ ਇਹਨਾਂ ਦੀਆਂ ਉਮੀਦਾਂ ਇਹਨਾਂ ਨੇ ਮੇਰੇ ਤੋਂ ਲਾਈਆਂ ਵੀ ਮੈਂ ਉਹਨਾਂ ਤੇ ਖਰਾ ਉਤਰ ਸਕਾਂ। ਇਹੀ ਮੇਰੀ ਅਰਦਾਸ ਆ ਉਸ ਪਰਮਾਤਮਾ ਅੱਗੇ। ਠੀਕ ਹੈ, ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਬਹੁਤ ਬੰਦੇ ਤੁਹਾਨੂੰ ਉਡੀਕ ਰਹੇ ਨੇ, ਤੁਸੀਂ ਮਿਲ ਸਕਦੇ ਹੋ। ਤਾਂ ਗੱਲ ਕਰ ਲਈਏ, ਅਸੀਂ ਗੱਲਬਾਤ ਕਰ ਰਹੇ ਸੀ ਡਿੰਪੀ ਢਿੱਲੋਂ ਦੇ ਨਾਲ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਰਾਜਾ ਵੜਿੰਗ ਹੈਗੇ ਨੇ ਜਿਹੜੇ ਡਰੇ ਹੋਏ ਨੇ। ਹਲਕੇ ਦੇ ਵਿੱਚ ਮਾਹੌਲ ਕੁਝ ਹੋਰ ਹੈਗਾ, ਲੋਕ ਨੇ ਜਿਹੜੇ ਉਹਨਾਂ ਦੇ ਨਾਲ ਪੂਰਾ ਦੱਬ ਕੇ ਗੱਡ ਕੇ ਉਹਨਾਂ ਦਾ ਸਾਥ ਦੇ ਰਹੇ ਨੇ, ਔਰ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਇੱਕ ਵਾਰ ਦਿਖਾ ਵੀ ਦਿੰਦੇ ਆ, ਜਿਹੜੇ ਪ੍ਰੋਗਰਾਮ 'ਚ ਡਿੰਪੀ ਢਿੱਲੋਂ ਪਹੁੰਚੇ ਨੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਇਸ ਸਮੇਂ ਗਿੱਦੜਬਾਹਾ ਹਲਕੇ ਦਾ ਮਾਹੌਲ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਗਿੱਦੜਬਾਹਾ ਹਲਕੇ ਦੇ ਵਿੱਚ ਜਿਹੜਾ ਲੋਕਾਂ ਦਾ ਇਕੱਠ ਹੈਗਾ, ਉਹ ਲਗਾਤਾਰ ਜਿਹੜੀ ਚੋਣ ਹੈ ਲਗਾਤਾਰ ਇੰਟਰਸਟਿੰਗ ਬਣਦੀ ਜਾ ਰਹੀ ਹੈ। ਮੁਕਾਬਲਾ ਫਸਮਾ ਹੁੰਦਾ ਜਾ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੁਕਾਬਲੇ ਦੇ ਵਿੱਚ ਕੌਣ ਖਰਾ ਉਤਰਦਾ, ਰਾਜਾ ਵੜਿੰਗ ਬਾਜੀ ਮਾਰਦੇ ਨੇ ਜਾਂ ਫਿਰ ਡਿੰਪੀ ਢਿੱਲੋਂ, ਕਿਉਂਕਿ ਵਕਾਰ ਦੋਨਾਂ ਦੇ ਲਈ ਬਣਿਆ ਹੋਇਆ। ਬਹਰਹਾਲ ਹੋਰ ਵੀ ਉਮੀਦਵਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਵਾਂਗੇ। ਤੁਸੀਂ ਬਣੇ ਰਹੋ ਲਗਾਤਾਰ ਸਾਡੇ ਨਾਲ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਅਵਤਾਰ ਗਿੱਲ, ਗਿੱਦੜਬਾਹਾ।